रे मन मोड़ सिमर सुख दाता, नानक दास तुझे समझावत। रे मन मोड़ सिमर सुख दाता, नानक दास तुझे समझावत। सज्जन सच्चा पातशाह, सिर शाहंद शाह, जिस पास बैठे सोई है, सबना दा वेसा। सतनाम श्री वाहिगुरु साहिब जी। राग बिलावल महला पंजवा। कार दूजा जानड़िए कै कर गावना। एक ओंकार सतगुर प्रसाद। मैं मन तेरी टेक मेरे प्यारे, मैं मन तेरी टेक। अवर सियाणपा बिरथियां प्यारे, राखन कहो तुम एक। मैं मन तेरी टेक मेरे प्यारे, मैं मन तेरी टेक। अवर सियाणपा बिरथियां प्यारे, राखन कहो तुम एक। रहाओ सतगुर पूरा जे मिलै प्यारे, सो जन होत निहाला। गुर की सेवा सो करे प्यारे, जिसनो होए दयाला। सफल मूरत गुर देव स्वामी, सर्ब कला पर पूरे। नानक गुर पार ब्रह्म परमेश्वर, सदा सदा हजूरे। सफल मूरत गुर देव स्वामी, सर्ब कला पर पूरे। नानक गुर पार ब्रह्म परमेश्वर, सदा सदा हजूरे। वाहिगुरु जी का खालसा, वाहिगुरु जी की फतेह। चवर छतर तखत दे मालक, जुगो जुग अटल। धन धन श्री गुरु ग्रंथ साहब पातशाह जी ने अज जो अमृत वेले सचखंड हरमंदर साहब जी विखे हुक्म फरमान बख्शिश किया है, उसकी विचार करनी है। मूल पाठ आप जी ने सतगुरु दे सवारे भाई साहब भाई रणजीत सिंह जी इन्हां पासों सरवण किया है। इस दे आरंभ विच
ਇੱਕ ਸਰਲੇਖ ਹੈ, ਇਸ ਦੇ ਬਾਰੇ ਵਿਚਾਰ ਜ਼ਰੂਰੀ ਹੈ। ਆਓ ਵਿਚਾਰ ਆਰੰਭ ਕਰੀਏ। ਇੱਕ ਵਾਰ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾ। ਘਰ ਦੂਜਾ ਜਾਣੜੀਏ ਕਹਿ ਕਰ ਗਾਵਣਾ। ਰਾਗ ਬਿਲਾਵਲ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਔਰ ਘਰ ਦੂਜੇ ਵਿੱਚ ਜਾਣੜੀਏ ਕਹਿ ਕਰ ਗਾਵਣਾ ਇੱਕ ਸੰਕੇਤ ਕੀਤਾ ਹੈ। ਇਹ ਹੋਰਨਾਂ ਥਾਵਾਂ 'ਤੇ ਵੀ ਹੈ, ਜਿਵੇਂ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਣ ਕਹਿ ਕਰ ਗਾਵਣਾ। ਏਕ ਸਵਾਣ ਕਿੱਥੇ ਹੈ? ਉਹ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ। ਏਕ ਸਵਾਣ ਦੋ ਸਵਾਨੀ ਨਾਲ ਪਲਕੈ ਭੌਂਕਾ ਹੈ ਸਦਾ ਬਿਆਲ। ਕੋੜ ਛੁਰਾ ਮੁੱਠਾ ਮੁਰਦਾਰ ਧਾਨ ਕਰੂਪ ਰਹਾ ਕਰਤਾਰ। ਇਹ ਸੰਕੇਤ ਜਿਹੜੇ ਹਨ ਇਹਨਾਂ ਨੂੰ ਸਮਝਣਾ ਹੈ। ਜੈਸਾ ਗੌੜੀ ਕਬੀਰ ਜੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਇੱਕ ਹੈ ਤੇ ਸ਼ਬਦ ਕਬੀਰ ਸਾਹਿਬ ਜੀ ਦਾ, ਪਰ ਕੁਛ ਵਿੱਚ ਰਲਾਇਆ ਸਾਹਿਬ ਗੁਰੂ ਅਰਜਨ ਦੇਵ ਜੀ ਨੇ। ਉਹ ਹੈ ਆਖਰੀ ਪੰਕਤੀ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਇੱਥੇ ਹੈ ਜਾਣੜੀਏ ਕਹਿ ਘਰ ਗਾਵਣਾ। ਜਾਣੜੀਏ ਕਿੱਥੇ ਹੈ? ਤੁਸੀਂ ਤਲੰਗ ਰਾਗ ਵਿੱਚੋਂ ਅੰਕ 722 ਤੋਂ ਪੜ੍ਹੋ। ਸ਼ਬਦ ਹੈ ਉੱਥੇ, ਜਾਣੜੀਏ ਮਾਨੜਾ ਕਾਹੇ ਕਰੇ, ਆਪ ਨੜੇ ਘਰ ਹਰ ਰੰਗੋ ਕੀ ਨਾ ਮਾਨੈ, ਛੋ ਨੇੜੇ ਤਨ ਕਮਲੀਏ ਬਾਹਰ ਕਿਆ ਢੂੰਡੈ। ਉਸ ਧਾਰਨਾ ਤੇ ਇਸ ਸ਼ਬਦ ਦਾ ਗਾਇਨ ਕਰਨਾ। ਉੱਥੇ ਘਰ ਕੋਈ ਨਹੀਂ, ਇੱਥੇ ਘਰ ਦੂਜਾ। ਫਿਰ ਘਰ ਦਾ ਅਰਥ ਕੀਤਾ ਹੈ ਵਿਦਵਾਨਾਂ ਧਾਰਨਾ। ਜਿਵੇਂ ਟੁੰਡੇ ਅਸਰਾਜੇ ਕੀ ਧੁਨੀ। ਹੁਣ ਉਹ ਧੁਨੀ ਕਿਹੜੀ ਹੈ? ਇਹ ਸੀਨੇ ਬਸੀਨੇ ਯਾਦ ਸੀ। ਉਸੇ ਧਾਰਨਾ ਤੇ ਇਹ ਸ਼ਬਦ ਦਾ ਗਾਇਨ ਕਰਨਾ ਹੈ। ਇਹ ਸਤਿਗੁਰਾਂ ਨੇ ਸਾਨੂੰ ਸੰਕੇਤ ਕੀਤਾ ਹੈ, ਉਸ ਪਾਸੇ ਇਸ਼ਾਰਾ ਕੀਤਾ ਹੈ। ਹਾਂਜੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਸ਼ਬਦ ਤੇ ਬਹੁਤ ਪੁਰਾਣਾ ਹੈ। ਜਿਵੇਂ ਜਾਪ ਸਾਹਿਬ ਵਿੱਚ ਹੈ ਓੰਕਾਰ ਆਦ। ਆਦ ਸਾਡਾ ਓੰਕਾਰ ਹੈ। ਓੰਕਾਰ ਆਦ ਕਥਨੀ ਅਨਾਦ। ਓੰਕਾਰ ਬ੍ਰਹਮਾ ਉਤਪਾਤੇ, ਓੰਕਾਰ ਕੀਓ ਜਨ ਚਿੱਤ। ਉਹਨਾਂ ਕਿਹਾ ਓੰਕਾਰ ਜ਼ਿਆਦਾ ਨਹੀਂ, ਇੱਕ ਹੈ, ਅਦੁੱਤੀ ਹੈ, ਉਸ ਵਰਗਾ ਹੋਰ ਕੋਈ ਨਹੀਂ। ਉਹੀ ਉਤਪਤੀ ਦਾ ਮਾਲਕ ਹੈ, ਉਹੀ ਪਾਲਨਹਾਰ ਹੈ, ਉਹੀ ਵਿਨਾਸ਼ ਕਰਤਾ ਹੈ, ਉਹੀ ਚਲਾ ਰਿਹਾ ਹੈ। ਔਰ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਹਾਂਜੀ, ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ। ਵੇਖੋ ਸੰਸਾਰ ਦੀ ਹਰ ਵਸਤੂ ਟਿਕੀ ਹੋਈ ਹੈ ਤੇ ਕਿਸੇ ਦੇ ਆਸਰੇ ਟਿਕੀ ਹੋਈ ਹੈ। ਇਸ ਨੂੰ ਸਹਾਰਾ ਹੈ। ਜੈਸਾ ਤੁਸੀਂ ਜਿੱਥੇ ਬੈਠੇ ਹੋ, ਇਹ ਛੱਤ ਕਿਸ ਦੇ ਆਸਰੇ ਟਿਕੀ ਹੈ? ਛੱਤ ਥੰਮ ਨੇ ਇਹਨਾਂ ਦੇ ਆਸਰੇ ਟਿਕੀ ਹੈ, ਪਰ ਥੰਮ ਕਿਸ ਦੇ ਆਸਰੇ ਟਿਕੇ ਹੋਏ ਨੇ? ਤੁਸੀਂ ਆਖੋਗੇ ਧਰਤੀ ਦੇ ਆਸਰੇ ਟਿਕੇ ਨੇ,
ਤੇ ਫਿਰ ਅੱਗੇ ਧਰਤੀ ਕਿਸ ਦੇ ਆਸਰੇ ਟਿਕੀ ਹੋਈ ਹੈ। ਮੈਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਆਪਦੇ ਸਾਹਮਣੇ ਰੱਖਾਂ। ਇੱਕ ਨੌਜਵਾਨ ਫੁੱਲਾਂ ਦਾ ਸ਼ੌਕੀਨ ਬਗੀਚੇ 'ਚ ਗਿਆ, ਬੜਾ ਸੁੰਦਰ ਫੁੱਲ ਸੀ, ਉਹਨੂੰ ਤੋੜਨ ਲੱਗਾ ਤੇ ਫੁੱਲ ਕਹਿਣ ਲੱਗਾ ਮੈਨੂੰ ਨਾ ਤੋੜੀ, ਆ ਵੇਖ ਇੱਥੇ ਮੈਂ ਜੀ ਰਿਹਾ, ਤੋੜ ਲਵੇਂਗਾ ਘੜੀ ਪਲ ਦੀ ਇਹ ਸੁਗੰਧੀ ਹੈ, ਇਹ ਚਲੀ ਜਾਏਗੀ ਤੇ ਇਹ ਵੀ ਮੇਰੀ ਨਹੀਂ, ਮੈਂ ਉਧਾਰ ਲੈਣਾ। ਕਹਿਣ ਲੱਗਾ ਕਿਸ ਕੋਲੋਂ? ਕਹਿਣ ਲੱਗਾ ਮੈਂ ਟਾਹਣੀ ਕੋਲੋਂ, ਆ ਵੇਖ ਟਾਹਣੀ ਨਾਲ ਜੁੜਿਆ। ਤੇ ਉਹਦੇ ਕੋਲ ਨਾਈਫ ਚਾਕੂ ਹੈ ਸੀ। ਕਹਿਣ ਲੱਗਾ ਟਾਹਣੀ ਕੱਟ ਲੈਨੇ ਆ। ਟਾਹਣੀ ਬੋਲ ਪਈ, ਕਹਿਣ ਲੱਗੇ ਫੁੱਲ ਤੇ ਭੋਲਾ ਨਾਦਾਨ ਹੈ, ਇਹਨੂੰ ਨਹੀਂ ਪਤਾ, ਮੈਂ ਤੇ ਜੀਵਨ ਤਨੇ ਕੋਲੋਂ ਲੈਣੀ ਆ। ਕਹਿਣ ਲੱਗਾ ਤਨਾ ਕੱਟ ਲੈਨੇ ਆ। ਤਨਾ ਬੋਲ ਪਿਆ, ਕਹਿਣ ਲੱਗਾ ਇਹ ਦੋਵੇਂ ਹੀ ਭੋਲੇ ਨੇ, ਮੇਰੇ ਕੋਲ ਵੀ ਜੀਵਨ ਨਹੀਂ, ਮੈਂ ਤੇ ਜੀਵਨ ਜੜ ਕੋਲੋਂ ਲੈਣਾ। ਕਹਿਣ ਲੱਗਾ ਜੜ ਪੁੱਟ ਲੈਨੇ ਆ। ਜੜ ਨੇ ਕਿਹਾ ਮੇਰੇ ਪੁੱਟਿਆਂ ਕੀ ਹੋਵੇਗਾ, ਮੈਨੂੰ ਪੁੱਟ ਲੈਂਗਾ ਤੇ ਫੁੱਲ ਸਦਾ ਵਾਸਤੇ ਖਿੜਿਆ ਰਹੇਗਾ, ਮੈਂ ਤੇ ਜੀਵਨ ਧਰਤੀ ਕੋਲੋਂ ਲੈਣੀ ਆ। ਧਰਤੀ ਨੇ ਕਿਹਾ ਮੈਂ ਤੇ ਪਾਣੀ ਕੋਲੋਂ ਜੀਵਨ ਲੈਣੀ ਆ, ਬੱਦਲਾਂ ਨੂੰ ਉਡੀਕਦੇ ਰਹਿੰਦੀ ਆ। ਇਹਨੇ ਬੱਦਲਾਂ ਵੱਲ ਵੇਖਿਆ ਤੇ ਬੱਦਲ ਬੋਲ ਪਏ, ਉਹ ਕਹਿਣ ਲੱਗੇ ਇਹ ਸਾਰੇ ਭੋਲੇ ਨੇ, ਸਾਨੂੰ ਜੀਵਨ ਦਿੰਦਾ ਸੂਰਜ, ਰਾਤ ਬਣਾ ਕੇ ਪਾਣੀ ਉੱਡਦਾ ਤੇ ਬੱਦਲ ਬਰਸਦੇ ਨੇ। ਹੁਣ ਉਹਨੇ ਸੂਰਜ ਵੱਲ ਵੇਖਿਆ, ਸੂਰਜ ਕਹਿਣ ਲੱਗਾ ਮੈਂ ਤੇ ਚਿਰਾਂ ਦਾ ਗੁਲਾਮ ਆ, ਉਸ ਮਾਲਕ ਦਾ ਇਹ ਸੁਗੰਧੀ ਦੇਣ ਵਾਲਾ ਕੇਵਲ ਉਹ ਪ੍ਰਮਾਤਮਾ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕਹੋ ਕਰੋੜੀ ਚਲਤ ਨਾ ਅੰਤ, ਅਨੇਕਾਂ ਚਿਰਾਂ ਦਾ ਉਹਦੇ ਰਜ਼ਾ ਵਿੱਚ ਚੱਲ ਰਿਹਾ, ਮੈਂ ਤੇ ਮਾਮੂਲੀ ਜਿਹਾ ਉਹਦਾ ਦੀਵਾ ਹਾਂ। ਉਹ ਮਾਲਕ ਆਪ ਸਭ ਕੁਝ ਕਰਦਾ, ਸਭ ਕੁਝ ਦੇਂਦਾ। ਤੁਹਾਡੇ ਚਰਨਾਂ 'ਚ ਬੇਨਤੀ ਕਰਾਂ, ਧੰਨ ਗੁਰੂ ਅਰਜਨ ਦੇਵ ਦਾਤ ਸਾਡੀ ਝੋਲੀ 'ਚ ਭਾਰ ਹੈ। ਮੈਂ ਇੱਥੇ 2 ਮਿੰਟ ਤੁਹਾਡੇ ਲਵਾਂ ਇਸ ਪਾਸੇ। ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਮਿੱਤਰ ਘਰ ਆਏ ਹੋਣ ਤੇ ਮਿੱਤਰ ਉਹ ਹੈ ਸੱਚਾ ਜੋ ਸਭ ਕੁਝ ਉਹਨਾਂ ਦੇ ਸਾਹਮਣੇ ਰੱਖ ਦੇਵੇ। ਕਹਿੰਦੇ ਨੇ ਆਏ ਮਿੱਤਰਾਂ ਤੋਂ ਜੇ ਮੈਂ ਕੁਛ ਵੀ ਲੁਕਾ ਕੇ ਰੱਖਾਂ ਤੇ ਮੇਰਾ ਸਰੀਰ ਇੰਜ ਸੜਦਾ ਜਿਵੇਂ ਮਜੀਠ ਅੰਗਿਆਰਾਂ ਤੇ ਸੜਦਾ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਆੜਿਆਂ ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾਂ। ਰਹਿਤਨਾਮਿਆਂ ਵਿੱਚ ਵੀ ਕਿਹਾ ਕਿ ਜਿਹੜਾ ਸਿੱਖ ਕੋਲੋਂ ਕੁਛ ਲੁਕਾ ਕੇ ਰੱਖੇ ਉਹ ਤਨਖਾਹੀਆ, ਤੇ ਜਿਹੜਾ ਨਾ ਹੁੰਦਿਆਂ ਜ਼ਿਆਦਾ ਮੰਗੇ ਉਹ ਵੀ ਤਨਖਾਹੀਆ। ਜੋ ਹੈ ਉਹ ਦੇਵੇ। ਵੇਖੋ ਸਤਿਗੁਰੂ ਤੁਹਾਡੇ ਘਰ ਆਏ, ਹੁਣ ਘਰ ਵਿੱਚ ਕੀ ਹੈ? ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜੈਸੇ ਘਰ ਵੇਖਾ ਸੇ ਖਾਂਡ ਚੂਨ, ਘਰਿਤ ਹੋਤ ਘਰ ਹੀ ਬਿਖੇ ਪੈ, ਪਹੁਣਾ ਕੇ ਆਏ ਪੂਰੀ ਕੇ ਖਵਾਏ ਖਾਈਏ। ਆਟਾ ਵੀ ਹੈ ਘਰ 'ਚ, ਘਿਓ ਵੀ ਹੈ, ਖੰਡ ਵੀ ਹੈ, ਕਿ ਰੋਜ਼ ਤੇ ਕੋਈ ਕੜਾਹ ਨਹੀਂ ਬਣਾ ਕੇ ਖਾਂਦਾ। ਪਰ ਪ੍ਰਾਹੁਣਾ ਆ ਜਾਏ ਤੇ ਅੱਜ ਕਹਿੰਦੇ ਨੇ ਕੜਾਹ ਬਣਾ ਲਓ, ਪੂੜੀਆਂ ਤਲ ਲਓ, ਪ੍ਰਾਹੁਣਾ ਆਇਆ, ਮਹਿਮਾਨ ਆਇਆ। ਦੂਸਰਾ ਪ੍ਰਮਾਣ ਦਿੱਤਾ, ਜੈਸੇ ਚੀਰ ਹਾਰ ਮੁਕਤਾ ਕਣਕੇ ਅਭਰਨ ਪੈ। ਚੀਰ ਦਾ ਅਰਥ ਹੈ ਕੱਪੜੇ, ਸੁੰਦਰ ਕੱਪੜੇ ਸੂਟ ਹੈਨ, ਹਾਰ ਹੀਰਿਆਂ ਦੇ ਹੈਨ, ਸੋਨੇ ਦੇ ਹੈਨ, ਪਰ ਨਿੱਤ ਕੋਈ ਇਸਤਰੀ ਨਹੀਂ ਪਾਉਂਦੀ। ਕਹਿੰਦੇ ਨੇ ਵਿਆਹ ਕਾਜ ਸਾਜ ਤਨ ਸਜਣ ਦਿਖਾਈਏ। ਵਿਆਹ ਕਾਰਜ ਹੋਵੇ ਫਿਰ ਫੱਬ ਕੇ ਗਹਿਣੇ ਪਾ ਕੇ ਦੁਨੀਆ ਨੂੰ ਵਿਖਾਉਂਦੀ ਕਿ ਮੇਰੇ ਕੋਲ ਗਹਿਣੇ ਹਨ। ਤੀਸਰਾ ਪ੍ਰਮਾਣ, ਜੈਸੇ ਹੀਰਾ ਮਾਨ ਕੇ ਅਮੋਲ ਹੋਤ ਹਾਟ ਹੀ ਮੈਂ।
ਅਮੋਲਕ ਹੀਰੇ ਸ਼ਰਾਬ ਕੋਲ ਸੁਨਿਆਰੇ ਕੋਲ ਹੱਟੀ 'ਚ ਹੈਨ, ਪਰ ਨਿੱਤ ਉਹ ਬਾਹਰ ਕੱਢ ਕੇ ਨਹੀਂ ਰੱਖਦਾ। ਗਾਹਕ ਆਇਆ, ਹੀਰਾ ਕੱਢਿਆ ਵਿਖਾਇਆ, ਗਾਹਕ ਕੇ ਦਿਖਾਏ, ਬਿੜਤਾ ਬਸੇਖ ਪਾਈਏ, ਬਿੜਤਾ ਹੁੰਦਾ ਨਫਾ। ਨਫਾ ਪਾਇਆ, ਕਹਿੰਦੇ ਨੇ ਤੁਹਾਡੇ ਘਰ ਗੁਰੂ ਆਏ, ਹੁਣ ਨਿੱਤ ਕੜਾ ਨਾ ਕਰੀਏ, ਪਰ ਗੁਰੂ ਗ੍ਰੰਥ ਸਾਹਿਬ ਆਏ ਨੇ, 3 ਦਿਨ ਅਖੰਡ ਪਾਠ ਹੋਣਾ, ਹੁਣ ਤੇ ਕੜਾ ਪ੍ਰਸ਼ਾਦ ਸਜਾਉਣਾ ਹੀ ਹੈ ਨਾ। ਇਹ ਗੁਰੂ ਆਏ ਨੇ ਘਰ, ਪਰ ਜਦੋਂ ਗੁਰੂ ਦੇ ਘਰ ਤੁਸੀਂ ਆਓ, ਸਤਿਗੁਰਾਂ ਵੀ ਕੁਛ ਲੁਕਾ ਕੇ ਨਹੀਂ ਰੱਖਿਆ। ਉਹਨਾਂ ਕਿਹਾ ਮੇਰੇ ਸਿੱਖ ਆਏ ਨੇ, ਸਭ ਤੋਂ ਪਿਆਰੇ ਆਏ ਨੇ, ਤੈਸੇ ਗੁਰਬਾਣੀ ਲਿਖ ਪੋਥੀ ਬਾਂਧ ਰਾਖੀਅਤ। ਉਹਨਾਂ ਨੂੰ ਪਤਾ ਸੀ ਅੰਮ੍ਰਿਤਸਰ ਵਿੱਚ ਰੌਣਕਾਂ ਲੱਗਣੀਆਂ ਨੇ, ਅੰਮ੍ਰਿਤਸਰ ਵਿੱਚ ਹਰ ਸਿੱਖ ਨੇ ਆਉਣਾ। ਉਹਨਾਂ ਨੇ ਕੀ ਕੀਤਾ, ਇੱਥੇ ਹੀ ਰਾਮਸਰ ਤੈਸੇ ਗੁਰਬਾਣੀ ਲਿਖ, ਗੁਰਬਾਣੀ ਲਿਖ ਕੇ ਪੋਥੀ ਬਾਂਧ ਰਾਖੀਅਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਨਾਮ ਪੋਥੀ ਸਾਹਿਬ ਸੀ, ਵਿੱਚ ਵੀ ਲਿਖਿਆ ਪੋਥੀ ਪਰਮੇਸ਼ਰ ਕਾ ਥਾਨ। ਗੁਰਬਾਣੀ ਲਿਖ ਪੋਥੀ ਬਾਂਧ ਰਾਖੀਅਤ। ਮੇਰੇ ਬੱਚੇ ਕੀ ਕਰਨਗੇ, ਗੁਰਸਿੱਖ ਮਿਲ ਪੜ੍ਹ ਸੁਣ ਲੈ ਵਲਾਈਆ। ਗੁਰਸਿੱਖ ਮਿਲਣਗੇ, ਤੁਹਾਡੇ ਅੱਗੇ ਦਾਤ ਰੱਖੇ ਕਿ ਪੜ੍ਹਨਗੇ ਸੁਣਨਗੇ ਤੇ ਰੱਬ ਨਾਲ ਲਿਵ ਜੁੜ ਜਾਵੇਗੀ। ਹੁਣ ਸਾਰਿਆਂ ਨੂੰ ਤੇ ਪੜ੍ਹਨਾ ਨਹੀਂ ਆਉਂਦਾ, ਕੁਛ ਨੇ ਜਿਨ੍ਹਾਂ ਨੂੰ ਪੜ੍ਹਨਾ ਆਉਂਦਾ, ਪਰ ਸਾਰਿਆਂ ਨੂੰ ਸੁਣਨਾ ਤੇ ਆਉਂਦਾ ਨਾ। ਅਨਪੜ੍ਹ ਬੰਦਾ ਵੀ ਸੁਣ ਤੇ ਸਕਦਾ। ਕਹਿੰਦੇ ਨੇ ਸੁਣਨਗੇ ਪੜ੍ਹਨਗੇ ਤੇ ਟੁੱਟੀ ਹੋਈ ਲਿਵ ਫਿਰ ਜੁੜ ਜਾਏਗੀ। ਲਿਵ ਟੁੱਟ ਗਈ ਸੀ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜ ਕੇ, ਲਿਵ ਜਿਹੜੀ ਸੀ ਟੁੱਟ ਗਈ, ਬਾਹਰ ਵੇਖਿਆ ਸੰਸਾਰ ਦੀ ਹਵਾ ਲੱਗੇ, ਲਿਵ ਛੁੜ ਕੇ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਤ੍ਰਿਸ਼ਨਾ ਨੂੰ ਫਿਰ ਲਿਵ ਬਣਾਉਣਾ। ਗੁਰੂ ਨੇ ਕਿਹਾ ਜਗਤ ਹੈ ਭੁੱਖਾ, ਜਗਤ ਹੈ ਤ੍ਰਿਸ਼ਨਾ ਦਾ ਮਾਰਿਆ, ਤੇ ਮੈਂ ਥਾਲ ਪਰੋਸ ਕੇ ਤੁਹਾਡੇ ਸਾਹਮਣੇ ਰੱਖ ਦਿੱਤਾ। ਦਰਸ਼ਨ ਹੀ ਨਾ ਕਰਦੇ ਰਹਿਓ ਜੇ, ਸ਼ੱਕ ਵੀ ਲਿਓ ਜੇ। ਥਾਲ ਵਿੱਚ 3 ਵਸਤੂ ਪਾਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਭ ਸੇ ਉਧਾਰੋ। ਅੱਗੇ ਸਾਨੂੰ ਸੁਚੇਤ ਕੀਤਾ ਹੈ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਤੇ ਅੱਜ ਥਾਲ ਵਿੱਚੋਂ ਕੀ ਛਕ ਕੇ ਜਾਣਾ। ਕੱਚੀਆਂ ਟੇਕਾਂ ਨਾ ਲਵੋ। ਬੰਦੇ ਕੋਲ ਟੇਕਾਂ ਤੇ ਬਹੁਤ ਨੇ। ਵੈਸੇ ਕੋਈ ਵੀ ਕੰਮ ਹੋਵੇ ਨਾ, ਪਹਿਲੇ ਧਿਆਨ ਜਾਂਦਾ ਹੈ ਆਪਣੀ ਜੇਬ ਵੱਲ। ਮੇਰੇ ਕੋਲ ਧਨ ਕਿੰਨਾ ਕੁ ਹੈ, ਧਨ ਨਾਲ ਕਾਰਜ ਰਾਸ ਹੋ ਜਾਏਗਾ। ਮੇਰੇ ਕੋਲ ਐਡਾ ਵੱਡਾ ਮਕਾਨ ਹੈ, ਇਸ ਤੇ ਲੋਨ ਲੈ ਲਵਾਂਗਾ। ਮੇਰੇ ਕੋਲ ਅਸਵਾਰੀਆਂ ਬੜੀਆਂ ਚੰਗੀਆਂ ਨੇ, ਮੇਰੇ ਕੋਲ ਹੀਰੇ ਮੋਤੀ ਨੇ, ਮੇਰੇ ਕੋਲ ਬੈਂਕ ਵਿੱਚ ਬਹੁਤ ਕੁਛ ਹੈ। ਕਬੀਰ ਕਾਰਨ ਬਪਰਾ ਕਿਆ ਕਰੈ, ਜੋ ਰਾਮ ਨਾ ਕਰੈ ਸਹਾਏ। ਜੇ ਜੇ ਡਾਲੀ ਪੱਗ ਧਰੋ, ਸੋਈ ਮੁਰ ਮੁਰ ਜਾਏ। ਪਰਮਾਤਮਾ ਸਹਾਇਤਾ ਨਾ ਕਰੇ ਤੇ ਰੁੱਖ ਦੀ ਜਿਹੜੀ ਟਾਹਣੀ ਤੇ ਵੀ ਪੈਰ ਧਰਨਾ, ਉਹ ਹੀ ਮੁੜ ਜਾਂਦੀ ਹੈ। ਬੰਦਾ ਕੱਚੀਆਂ ਟੇਕਾਂ ਨਾਲ ਸੁਖੀ ਨਹੀਂ ਰਹੇਗਾ, ਸਫਲ ਨਹੀਂ ਹੋਵੇਗਾ। ਇੱਥੇ ਟੇਕ ਕਿਹੜੀ? ਇਸੇ ਅੰਮ੍ਰਿਤਸਰ ਸਾਹਿਬ ਸਿੱਖਾਂ ਨੇ ਕਿਹਾ, ਗੁਰੂ ਅਰਜਨ ਦੇਵ ਪਾਤਸ਼ਾਹ ਸੁਲਹੀ ਚੜ੍ਹ ਕੇ ਆ ਰਿਹਾ ਹੈ ਤੇ ਕੋਈ ਚਿੱਠੀ ਲਿਖ ਦਿਓ, ਉਹਨੂੰ ਸਮਝਾਓ। ਕਹਿਣ ਲੱਗੇ ਚਿੱਠੀ ਨਹੀਂ, ਉਹ ਤੇ ਮੁਆਫੀਨਾਮਾ ਹੋਏਗਾ, ਸੁਲਹੀ ਦਾ ਆਸਰਾ ਮੈਨੂੰ ਨਹੀਂ। ਕਹਿਣ ਲੱਗੇ ਫਿਰ ਐਸਾ ਕਰੋ, ਕੋਈ 2 ਬੰਦੇ ਹੀ ਭੇਜੋ ਉਹਨੂੰ ਸਮਝਾਉਣ। ਕਹਿਣ ਲੱਗੇ ਨਹੀਂ ਇਹ ਵੀ ਨਹੀਂ। ਕਹਿਣ ਲੱਗੇ ਕੋਈ ਹੋਰ ਉਪਾਅ? ਕਹਿਣ ਲੱਗੇ ਪ੍ਰਥਮੇ ਮਤਾ ਜੇ ਪੱਤਰੀ, ਪੱਤਰੀ ਕਹਿੰਦੇ ਨੇ ਚਿੱਠੀ ਨੂੰ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ।
तृतीय मता किश करो पाया, मैं सब कुछ छोड़ प्रभ तू ही ते आया। मैनू केवल तेरा भरोसा प्यारे, आन ना जाना वेसा। टेक एक अकाल पुरख दी है। मैं पहले बेनती की है, तुसी धरती ते बैठे हो तो धरती नू किसने थमे? भोलिया लोगों अंदाज़ा ला के कह दिता जी बैल ने थमे। वो भी एक सिंह उत्ते है, तो जो थक जाता दूजा सिंह करन लगदा ना, बदलता है तो भुचाल आ जाता है, धरती हिल जाती है। गुरु साहब कहते ने भले लोगो वो बैल कित्थे खलोता, वो बैल के थले होर बैल चाहिदा, फिर उस दे थले होर बैल चाहिदा, किन्ने क बैल खड़े करोगे? फिर किस दे आसरे है? कहते ने टेक है अकाल पुरख दे। एक है सहारा, सब नूं थमिया होया उस दे धर्म ने। धर्म वो है जो सब नूं धारण करदा, उसने थमिया होया। ते जिसने सारे संसार नूं थमिया, वेखो सब कुछ जुड़िया। हैरान हो जाओगे सुन के। 9 करोड़ मील की दूरी, अज पता नहीं किवें मनिया, पर पुरानी धारणा मैं तुहानूं सुना दित्ती। 9 करोड़ मील की दूरी है। सूरज चढ़दा ते कबल खिड़दा, नहीं तो नहीं। सूरज चढ़दा वो जुड़िया होया सूरज नाल, एडी दूर सूरज है ते कबल तां खिड़दा। गल दूरी दी नहीं, गल है कि इत्थे सब कुछ जुड़िया। ते आखिरी टेक जिहड़ी है वो अकाल पुरख दी है। कहंदे ने मेरे मन विच टेक है। हुण टेकां ते बनाउने आ। वाकई सवेरे बंदा उठदा है ना, उठदा है ते जिवें कुत्ता दर दर फिरदा ना, ये मंजी ते पिया ही दर दर फिरदा है। इस कोलों काम हो जाएगा, इस बंदे कोलों हो जाएगा, इस कोल पता नहीं। जिन्ने वाकफ ने ना ये वो सारियां कोलों ही चाहुंदा है। भिखारी कुत्ते दे ते वाकफ भी ना होण, दर दर फिरदा, इसे तरह फिरदा। पर गुरु साहब जी कहते ने ना, फिर द्वार है द्वार स्वान ज्यों डोलत, न सुध राम भजन की एक ही टेक है। मेरे मन में किस दी टेक है? वो कहते ने एक गल तो मैं स्पष्ट कह दिया, मानख की टेक बिरथी सब जान, देवन को एक है भगवान। मनुख दी टेक ते बिल्कुल बिरथा समझ। एक बादशाह दे कोल एक फकीर गया, पिंड वालियां कहा सी एक मदरसा बनाना है, स्कूल बादशाह को मंगते। वो गया तो वो नमाज पढ़े पे, तो आखे हे खुदा मैनू ये भी दे दे, मैनू ये भी दे दे, मैनू ये भी दे दे। सैकड़े मंगा जदों हाथ जोड़ के मंगे तो वापस आ गया। कहन लगा फकीर वापस तुर चले हैं, तू कुछ मंगना आया सा? कहन लगा मैं तो मंगता बन के आया सा, मैं हैरान होया तू तो मेरे नालों 1000 गुणा ज़्यादा मंगता। मेरी तो मंग सी एक स्कूल, तेरियां मंगां ते मुक्कण च ही नहीं आउंदियां इन्नियां। आ भी दे दे, आ भी दे दे, आ भी दे दे। वाकई है जिन्ना बंदा वड्डा उन्नी भुख वड्डी है, क्योंकि भुख तन दी नहीं, पेट दी नहीं, भुख है मन दी। ते मन की भुख किते मुक्कण वास्ते आउंदी है। तृष्णा विरले ही की बुझी है, कोट जो रही है, लाख रो रहा है, मन ना हो रहा है, परे परे ही को लुझी है। होर कहा कि भाई जिवें बालन नाल कोई अग नहीं रिझा सकता, ज्यों पावक ईंधन नहीं तरापै, बिन हर कहाँ आगाई। कहते ने मेरे मन विच भी टेक है, पर मेरे मन विच टेक धन दी नहीं, मेरे मन विच टेक बंदियां दी नहीं, मेरे मन विच टेक है ते अकाल पुरख दी है। मैं मन तेरी टेक मेरे प्यारे, मैं मन तेरी टेक है मेरे प्यारे। मैनू आसरा, मैनू भरोसा है केवल तेरा। भरोसे वाला बंदा कोई होवे सही, जानना इकट्ठे हो जान, जे एक भी भरोसे वाला होवे ते कारज रास हो जाता। एक मैं दृष्टांत पढ़िया सी कि बदल ना पवे, लोग इकट्ठे हो के चलो बाहर जाके अरदास करिए,
ਇੱਕ ਬੱਚੇ ਨੂੰ ਵੇਖਿਆ, ਉਹ ਛਤਰੀ ਲੈ ਕੇ ਗਿਆ ਤੇ ਉਹਨੂੰ ਪੁੱਛਦਾ ਬਜ਼ੁਰਗ, ਕਹਿੰਦਾ ਉਹ ਕਾਕਾ ਤੂੰ ਛਤਰੀ ਲੈ ਕੇ ਕਿਉਂ ਆਇਆ? ਕਹਿਣ ਲੱਗਾ ਤੁਸੀਂ ਅਰਦਾਸ ਕਰਨੀ ਹੈ, ਬੱਦਲ ਆ ਜਾਣਾ ਹੈ ਤੇ ਮੈਂ ਭੇਜਣਾ, ਮੈਂ ਛਤਰੀ ਲੈ ਕੇ ਚੱਲਿਆ। ਕਹਿਣ ਲੱਗੇ ਹੁਣ ਜ਼ਰੂਰ ਪਏਗਾ। ਆ ਇੱਕ ਭਰੋਸੇ ਵਾਲਾ ਆਇਆ, ਇਹਨੂੰ ਭਰੋਸਾ ਹੈ ਕਿ ਅਰਦਾਸ ਹੋਣੀ ਹੈ ਤੇ ਬੱਦਲ ਪੈਣਾ ਹੀ ਪੈਣਾ। ਉਹ ਛਤਰੀ ਲੈ ਕੇ ਆਇਆ। ਗੁਰੂ ਸਾਹਿਬ ਜੀ ਕਹਿੰਦੇ ਨੇ ਸਿੱਖਾਂ ਨੂੰ ਇਹ ਭਰੋਸਾ ਦਿਓ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ। ਪਰ ਇਹ ਸਭ ਕੁਝ ਮਿਲੇਗਾ ਤਾਂ ਦਾਨਾ ਸਿਰ ਦਾਨ, ਨਾਮ ਦਾਨ, ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ। ਇਹ ਸਭ ਕੁਝ ਤਾਂ ਮਿਲੇਗਾ ਭਰੋਸਾ ਹੋਵੇ। ਕਹਿੰਦੇ ਨੇ ਮੈਨੂੰ ਟੇਕ ਹੈ, ਮੇਰੇ ਮਨ ਵਿੱਚ ਟੇਕ ਹੈ, ਕੇਵਲ ਤੇ ਕੇਵਲ ਤੇਰੀ ਟੇਕ ਹੈ। ਆਵਰ ਸਿਆਣਪਾ ਬਿਰਥੀਆਂ ਪਿਆਰੇ, ਰਾਖਨ ਕਉ ਤੁਮ ਏਕ। ਬਾਕੀ ਸਿਆਣਪਾਂ ਨੇ ਨਾ ਜਿਹੜੀਆਂ ਯਕੀਨ ਜਾਣਨਾ ਰੱਬ ਦੀ ਟੇਕ ਛੱਡ ਕੇ ਇਹ ਚਤਰਾਈਆਂ ਸਿਆਣਪਾਂ ਕਿਸੇ ਵੀ ਕੰਮ ਨਹੀਂ ਆਉਂਦੀਆਂ। ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈਆ, ਸਾਰੀਆਂ ਰਹਿ ਜਾਂਦੀਆਂ ਨੇ। ਕਿਉਂਕਿ ਮੈਂ ਚਤਰ ਹੋਵਾਂਗਾ ਤੇ ਜੇ ਅੱਗੋਂ ਮੇਰੇ ਨਾਲੋਂ ਵੀ ਚਤਰ ਮਿਲ ਗਿਆ, ਫੇਰ ਮੇਰੇ ਕੋਲ ਬੜੀ ਸਿਆਣਪ ਹੋਵੇਗੀ ਤੇ ਜੇ ਉਸ ਦੀ ਸਿਆਣਪ ਮੇਰੇ ਤੋਂ ਵੀ ਜ਼ਿਆਦਾ ਹੋਈ, ਇੱਥੇ ਸਿਆਣਪਿਆਂ ਦਾ ਕੋਈ ਘਾਟ ਹੈ, ਚਤਰਾਈਆਂ ਦੀ ਕੋਈ ਘਾਟ ਹੈ? ਕਹਿੰਦੇ ਨੇ ਉਹ ਕਿਸੇ ਕੰਮ ਨਹੀਂ ਆਉਂਦੀ। ਅਵਰ ਸਿਆਣਪਾਂ ਬਿਰਥੀਆਂ, ਬਿਰਥੀਆਂ ਮੇਰੇ ਪਿਆਰੇ, ਅਵਰ ਸਿਆਣਪਾਂ ਬਿਰਥੀਆਂ ਪਿਆਰੇ, ਰਾਖਣ ਕੋ ਤੁਮ ਏਕ। ਰੱਖਣ ਵਾਸਤੇ ਕੇਵਲ ਤੁਸੀਂ ਇੱਕ ਹੋ, ਬਹੁਤੇ ਨਹੀਂ ਚਾਹੀਦੇ। ਕਰੋੜਾਂ ਸਿਆਣਪਾਂ ਨਾਲੋਂ ਇੱਕ ਪ੍ਰਮਾਤਮਾ ਹੀ ਬਹੁਤ ਹੈ, ਇੱਕ ਉਹਦਾ ਨਾਮ ਹੀ ਬਹੁਤ ਹੈ। ਕਹਿੰਦੇ ਨੇ ਤੂੰ ਮੇਰੇ ਵੱਲ ਹੋਵੇਂ ਨਾ, ਬਾਕੀ ਤੇ ਕੋਈ ਲੋੜ ਨਹੀਂ ਵੱਲ ਹੋਣ ਨਾ ਹੋਣ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਸ਼ੰਦਾ। ਦਸ਼ਮੇਸ਼ ਪਿਤਾ ਇਹ ਬਚਨ ਲਿਖਦੇ ਨੇ, ਕਹਿੰਦੇ ਨੇ ਚੂੰ ਹੱਕ ਯਾਰ ਬਾਸ਼ਦ, ਚੂੰ ਹੱਕ ਯਾਰ ਬਾਸ਼ਦ। ਦੇਖੇ ਤੇ ਇੱਥੇ ਇੱਕ ਧਿਆਨ ਰੱਖਣਾ, ਯਾਰ ਸ਼ਬਦ ਜਦੋਂ ਆਖੀਏ ਕਈਆਂ ਨੂੰ ਬੜਾ ਚੁਭਦਾ, ਉਹ ਅਸਲ 'ਚ ਗੱਲ ਸਮਝੇ ਨਹੀਂ। ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਸੁਣ ਯਾਰ ਹਮਾਰੇ ਸੱਜਣ, ਇੱਕ ਸ਼ਬਦ ਹੈ ਜਿਹਨੂੰ ਬੜਾ ਬੁਰਾ ਕਹਿੰਦੇ ਆ, ਚੋਰੀ ਜਾਰੀ, ਉਹ ਜੱਜੇ ਨਾਲ ਲਿਖਿਆ ਜਾਂਦਾ। ਇਹ ਧਿਆਨ ਰੱਖਣਾ, ਜੱਜੇ ਨਾਲ ਜਿੱਥੇ ਲਿਖਿਆ ਹੋਵੇ ਉਹ ਯਾਰ ਹੋਵੇਗਾ, ਪਰ ਯਈਏ ਨਾਲ ਜਿੱਥੇ ਲਿਖਿਆ ਹੋਵੇ ਉਹ ਯਾਰ ਹੋਵੇਗਾ। ਉਹ ਕਹਿੰਦੇ ਨੇ ਚੂੰ ਹੱਕ ਯਾਰ ਬਾਸ਼ਦ, ਚੇ ਦੁਸ਼ਮਣ ਕੁਨਦ। ਦੁਸ਼ਮਣ ਮੇਰਾ ਕੀ ਵਿਗਾੜ ਸਕਦੇ ਨੇ? ਮਿੱਤਰ ਮੇਰਾ ਅਕਾਲ ਪੁਰਖ ਹੋਵੇ। ਅਗਰ ਦੁਸ਼ਮਣੀ ਰਾ ਬਸਦ ਤਨ ਕੁਨਦ, ਸੈਂਕੜੇ ਸ਼ਰੀਰ ਦੁਸ਼ਮਣੀ ਕਰਨ, ਇੱਕ ਅਕਾਲ ਪੁਰਖ ਮੇਰੇ ਵੱਲ ਹੋਵੇ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਜਨ ਕੋ ਆਏ ਕਰੇ ਸ਼ਾਬਾਸ। ਸ਼ਾਹ ਪਾਤਸ਼ਾਹ ਸਭ ਹਰ ਕਾ ਕਿਆ, ਸਭ ਦਰਸ਼ਨ ਦੇਖ ਕਰੇ ਸ਼ਾਬਾਸ। ਉਹ ਪ੍ਰਮਾਤਮਾ ਵੱਲ ਹੋਵੇ, ਉਹ ਕੋਲ ਹੋਵੇ, ਉਹ ਨਾਲ ਹੋਵੇ। ਕਹਿੰਦੇ ਨੇ ਫਿਰ ਉਸ ਤੋਂ ਵੱਡੀ ਟੇਕ ਕੋਈ ਨਹੀਂ, ਮੈਨੂੰ ਪ੍ਰਮਾਤਮਾ ਦੀ ਟੇਕ ਹੈ। ਹਾਂਜੀ ਹਾਂਜੀ, ਇਹ ਸ਼ਬਦ ਦਾ ਕੇਂਦਰੀ ਭਾਵ ਸੀ ਕਿ ਰਹੋ ਵਿਸ਼ਰਾਮ ਹੈ, ਟਿਕੋ। ਇਹਨੂੰ ਪਹਿਲੇ ਸਮਝੋ, ਫਿਰ ਸ਼ਬਦ ਦਾ ਅੱਗੇ ਵਿਸਥਾਰ ਹੈ ਜੀ। ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਸੋ ਜਨ ਹੋਤ ਨਿਹਾਲਾ। ਨਿਹਾਲ ਤੇ ਹਰ ਇੱਕ ਹੋਣਾ ਚਾਹੁੰਦਾ, ਪਰੇਸ਼ਾਨ ਕੋਈ ਵੀ ਨਹੀਂ ਹੋਣਾ ਚਾਹੁੰਦਾ, ਦੁਖੀ ਕੋਈ ਨਹੀਂ ਹੋਣਾ ਚਾਹੁੰਦਾ। ਹਰ ਇੱਕ ਚਾਹੁੰਦਾ ਆਨੰਦਿਤ ਹੋਵਾਂ, ਪ੍ਰਸੰਨ ਹੋਵਾਂ, ਨਿਹਾਲ ਹੋਵਾਂ। ਪਰ ਨਿਹਾਲ ਕੌਣ ਹੋਵੇਗਾ? ਜਿਸ ਨੂੰ ਸਤਿਗੁਰੂ ਮਿਲੇ ਤੇ ਸਤਿਗੁਰੂ ਵੀ ਪੂਰਾ ਮਿਲੇ। ਅਧੂਰੇ ਗੁਰੂ ਤੇ ਬਹੁਤ ਨੇ, ਉਹਨਾਂ ਦਾ ਤੇ ਕੋਈ ਅੰਤ ਨਹੀਂ। ਪਰ ਸਾਨੂੰ ਸੁਚੇਤ ਕੀਤਾ, ਸੋ ਮੁਕਤ ਨਾਨਕ ਜਿਸ ਸਤਿਗੁਰ ਚੰਗਾ, ਜਿਸ ਦਾ ਗੁਰੂ ਚੰਗਾ ਹੋਵੇਗਾ। ਕਾਚੇ ਗੁਰ ਤੇ ਮੁਕਤ ਨਾ ਹੁਆ। ਭਾਈ ਗੁਰਦਾਸ ਜੀ ਨੇ ਇੱਕ ਪੌੜੀ ਲਿਖੀ ਹੈ ਸਾਨੂੰ ਸਮਝਾਉਣ ਲਈ ਕਿ ਕੱਚਾ ਗੁਰੂ ਕੀ ਕਰੇਗਾ? ਆਪ ਤੇ ਡੁੱਬਾ ਤੇ ਸਾਨੂੰ ਵੀ ਲੈ ਡੁੱਬੇਗਾ।
ਪੱਕਾ ਗੁਰੂ ਪੂਰਾ ਮੁਰਸ਼ਿਦ ਉਹ ਮਿਲੇਗਾ ਤੇ ਨਿਹਾਲ ਹੋ ਜਾਵਾਂਗੇ। ਕੱਚਾ ਮਿਲ ਗਿਆ ਤੇ ਪਹਿਲੇ ਨਾਲੋਂ ਵੀ ਦੁਖੀ ਹੋਵਾਂਗੇ, ਪਰੇਸ਼ਾਨ ਹੋਵਾਂਗੇ। ਉਹਨਾਂ ਨੇ ਇੱਕ ਬੜੀ ਪੁਰਾਤਨ ਸਾਖੀ ਕਹਾਣੀ ਹੈ, ਉਸ ਨੂੰ ਅੱਖਰ ਦਿੱਤੇ ਨੇ। ਕਹਿੰਦੇ ਨੇ ਇੱਕ ਬੰਦੇ ਨੂੰ ਆਦਤ ਸੀ ਕਿ ਜਿੱਥੇ ਕੋਈ ਮਿਲ ਜਾਏ ਨਾ, ਨੁਸਖਾ ਜਿਹੜਾ ਕੋਈ ਮਿਲ ਗਿਆ ਉਹ ਨੋਟ ਕਰ ਲਿਆ ਬਹੁਤ ਸਾਰਿਆਂ ਨੂੰ, ਫਿਰ ਦੂਸਰਿਆਂ ਨੂੰ ਦੱਸਣਾ। ਹਾਲਾਂਕਿ ਉਹ ਦਵਾਈ ਆਪ ਨਹੀਂ ਖਾਧੀ, ਆਪਣੇ ਤੇ ਨਹੀਂ ਵਰਤਿਆ, ਪਰ ਦੂਸਰੇ ਨੂੰ ਦੱਸਣਾ ਤੂੰ ਖਾ। ਉਹ ਕਹਿੰਦੇ ਨੇ ਕੀਤਾ ਕਿ ਇਸ ਨੇ ਊਠਾਂ ਵਾਲਾ ਜਾ ਰਿਹਾ ਸੀ ਤੇ ਉਹਨੇ ਇੱਕ ਕਚਰਾ ਦਵਾਣਾ ਜਾਂ ਖਰਬੂਜਾ ਵੱਡਾ ਸਬੂਤੀ ਖਾ ਲਿਆ ਤੇ ਗਲ 'ਚ ਫਸ ਗਿਆ। ਉਹ ਸਾਹ ਆਉਣਾ ਬੰਦ ਹੋ ਗਿਆ। ਊਠਾਂ ਵਾਲਾ ਸਿਆਣਾ ਸੀ, ਉਹਨੇ ਊਠ ਪਾਏ ਲੰਬਾ, ਇੱਕ ਪੱਥਰ ਥੱਲੇ ਰੱਖਿਆ, ਇੱਕ ਉੱਪਰੋਂ ਮਾਰਿਆ, ਉਹ ਕਚਰਾ ਫਿਸ ਗਿਆ। ਊਠ ਉੱਠ ਬੈਠਾ, ਕਹਿਣ ਲੱਗਾ ਲਓ ਜੀ ਨੁਸਖਾ ਹੱਥ ਆ ਗਿਆ ਰਸੌਲੀ ਦਾ। ਜਾ ਕੇ ਹੋਕਾ ਦਿੱਤਾ, ਕਿਸੇ ਨੂੰ ਰਸੌਲੀ ਹੋਵੇ ਤੇ ਇਲਾਜ ਕਰਾ ਲਓ। ਪੱਥਰ ਨਾਲ ਹੀ ਦੋ ਰੱਖੇ ਸਨ। ਬਿਰਧ ਮਾਈ ਸੀ ਇੱਕ, ਬੱਚਿਆਂ ਕੋਲ ਵਿਚਾਰਿਆਂ ਕੋਲ ਟਾਈਮ ਨਹੀਂ ਸੀ ਤੇ ਵੈਦ ਰਾਜ ਘਰੇ ਹੀ ਆ ਗਏ ਭਾਗਾਂ ਨਾਲ। ਕਹਿਣ ਲੱਗੇ ਜੀ ਸਾਡੀ ਮਾਂ ਦਾ ਇਲਾਜ ਕਰ ਦਿਓ। ਬਸ ਇੱਕ ਪੱਥਰ ਥੱਲੇ ਇੱਕ ਉੱਪਰੋਂ ਮਾਰਿਆ, ਮਾਈ ਤੇ ਹੁਕਮ ਸੱਤ ਹੋ ਗਏ। ਫੜ ਕੇ ਜਦੋਂ ਪੁਲਿਸ ਲੈ ਕੇ ਪੁੱਛਿਆ ਇਹ ਸਿੱਖਿਆ ਕਿੱਥੋਂ ਹੈ? ਕਹਿਣ ਲੱਗਾ ਜੀ ਊਠਾਂ ਵਾਲਿਆਂ ਕੋਲੋਂ। ਉਹ ਭਲੇ ਲੋਕਾ, ਤੂੰ ਬੰਦਿਆਂ ਦਾ ਇਲਾਜ ਊਠਾਂ ਨਾਲ ਮਿਲਾ ਕੇ ਕੀਤਾ। ਵੈਦ ਚੰਗੇਰੀ ਊਠ ਨਹੀਂ, ਲੈ ਸਿਲਵੱਟਾ ਕਚਰਾ ਭੰਨਾ। ਸੇਵਕ ਸਿੱਖੀ ਵੈਦ ਕੀ ਮਾਰੀ, ਬੁੱਢੀ ਰੋਮਣ ਰੰਨਾ। ਪਕੜ ਚਲਾਇਆ ਰਾਵਲੇ, ਪਾਉਂਦੀ ਉਗੜ ਗਏ ਸੋ ਕੰਨਾ। ਕਿ ਚੁੱਛੇ ਅੱਖ ਵਖਾਨੀਆਂ ਨ ਜਿਉ ਕਚ ਕੜਾ ਨ ਰਲੇ ਰਤਨਾ। ਮਾਨਸ ਦੇ ਹੀ ਪਸ਼ੂ ਅਪੰਨਾ। ਜਿਹੜੇ ਸਿੱਖ ਬਣਨ ਦੇ ਯੋਗ ਵੀ ਨਹੀਂ, ਅਜੇ ਸਿੱਖ ਵੀ ਨਹੀਂ ਬਣੇ, ਬਾਣੀ ਵੀ ਯਾਦ ਨਹੀਂ, ਇੱਕ ਸ਼ਬਦ ਵੀ ਸਹੀ ਯਾਦ ਨਹੀਂ, ਉਹ ਗੁਰੂ ਬਣ ਕੇ ਬੈਠ ਜਾਂਦੇ ਨੇ। ਬਸ ਜੀ ਚੁੱਪ ਕਰਕੇ ਬੈਠਾ ਰਹੇ। ਵੈਸੇ ਨਾ ਰੱਬ ਦੀ ਦਾਤ ਕੈਸੀ ਹੈ, ਬੜਾ ਸੁੰਦਰ ਕਿਹਾ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰਸ ਨਾ ਹੁਫਤਾ ਬਾਸ਼ਦ। ਬੰਦਾ ਜਦੋਂ ਤੱਕ ਚੁੱਪ ਕਰਕੇ ਬੈਠਾ ਰਹੇ, ਬੋਲੇਗਾ ਨਹੀਂ ਨਾ, ਉਹਦੇ ਗੁਣ ਅਵਗੁਣਾਂ ਦਾ ਪਤਾ ਨਹੀਂ ਲੱਗੇਗਾ। ਕਈਆਂ 'ਚ ਇਹ ਗੁਣ ਹੈ ਕਿ ਬੋਲਦੇ ਕੋਈ, ਚੁੱਪ ਕਰਕੇ ਬੈਠੇ ਰਹੇ, ਚੇਲੇ ਹੀ ਬੋਲਦੇ ਨੇ। ਬਸ ਉਹ ਬੈਠੇ, ਗੁਣ ਤੇ ਵਿੱਚ ਕੋਈ ਨਹੀਂ। ਕੀ ਹੋਵੇਗਾ? ਕਾਚੇ ਗੁਰ ਤੇ ਮੁਕਤ ਨਾ ਹੁਆ। ਗੁਰੂ ਹੋਵੇ ਪੂਰਾ, ਸਤਿਗੁਰ ਪੂਰਾ ਜੇ ਮਿਲੇ ਪਿਆਰੇ। ਸੋ ਜਨ ਹੋਤ ਨਿਹਾਲਾ। ਉਹ ਸੇਵਕ, ਉਹ ਜਾਣੇ, ਉਹ ਸਿੱਖ ਨਿਹਾਲ ਹੋਵੇਗਾ ਜਿਸ ਨੂੰ ਪੂਰਾ ਸਤਿਗੁਰੂ ਮਿਲ ਪਵੇ। ਹਾਂਜੀ, ਗੁਰ ਕੀ ਸੇਵਾ ਸੋ ਕਰੇ ਪਿਆਰੇ। ਜਿਸਨੋ ਹੋਏ ਦਇਆਲਾ। ਗੁਰੂ ਦੀ ਸੇਵਾ ਉਹ ਹੀ ਕਰਦਾ ਜਿਸ ਤੇ ਸਤਿਗੁਰੂ ਦਿਆਲ ਹੋਵੇ। ਇੱਥੇ ਇੱਕ ਨੁਕਤਾ ਬੜਾ ਜ਼ਰੂਰੀ ਸਿੱਖੀ ਦਾ ਸਮਝਣ ਵਾਲਾ। ਸਿੱਖ ਧਰਮ ਕਿਰਪਾ ਦਾ ਧਰਮ ਹੈ। ਕਹਿੰਦੇ ਆ ਗੁਰੂ ਮਿਲੇਗਾ, ਬਿਨ ਸਤਿਗੁਰ ਕਿਨੇ ਨਾ ਪਾਇਆ, ਬਿਨ ਸਤਿਗੁਰ ਕਿਨ ਨਾ ਪਾਇਆ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਗੁਰੂ ਤੋਂ ਬਿਨਾਂ ਰੱਬ ਕਿਸੇ ਨਹੀਂ ਪਾਇਆ। ਤੇ ਗੁਰੂ ਕਿਵੇਂ ਪਾਇਆ? ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਰੱਬ ਮਿਲਿਆ ਗੁਰੂ ਦੀ ਕਿਰਪਾ ਨਾਲ, ਤੇ ਗੁਰੂ ਮਿਲਿਆ ਪਰਮਾਤਮਾ ਦੀ ਕਿਰਪਾ ਨਾਲ। ਫਿਰ ਆਪਣੀ ਤੇ ਖੇਡ ਇੱਥੇ ਕੋਈ ਨਹੀਂ, ਇਹ ਤੇ ਉਸ ਦੀ ਕਿਰਪਾ ਹੈ। ਇੱਥੇ ਤੱਕ ਹੈ ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਅਚਨਚੇਤ ਜਦੋਂ ਕਿਰਪਾ ਕਰਦਾ, ਬਖਸ਼ਿਸ਼ ਕਰਦਾ, ਰਾਹ ਪੈਂਡੇ ਸੁਖਾਲੇ ਹੋ ਜਾਂਦੇ ਨੇ। ਸਤਿਗੁਰ ਪੂਰਾ ਜੇ ਮਿਲੇ ਪਿਆਰੇ, ਸੋ ਜਨ ਹੋਤ ਨਿਹਾਲਾ। ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸ ਨੂੰ ਹੋਏ ਦਇਆਲਾ। ਜਿਸ ਤੇ ਗੁਰੂ ਹੀ ਦਿਆਲ ਹੋਵੇ, ਉਹ ਆਪ ਹੀ ਕਿਰਪਾ ਕਰਕੇ ਸੇਵਾ ਲੈ ਲੈਂਦਾ, ਸੇਵਾ ਕਰਵਾ ਲੈਂਦਾ, ਉਹ ਉਦਮ ਦੇ ਦਿੰਦਾ, ਮਨ 'ਚ ਚਾਹ ਦੇ ਦਿੰਦਾ। ਫਿਰ ਐਸੀ ਸੇਵਕ ਸੇਵਾ ਕਰੈ, ਜਿਸ ਕਾ ਜੀਓ ਤਿਸ ਆਗੇ ਤਰੈ। ਉਹ ਸੇਵਕ ਕੋਲੋਂ ਸੇਵਾ ਆਪ ਕਰਵਾਉਂਦਾ ਹੈ। ਸਫਲ ਮੂਰਤ ਗੁਰ ਦਿਓ ਸੁਆਮੀ। ਸਰਬ ਕਲਾ ਪਰ ਪੂਰੇ। ਸਫਲ ਮੂਰਤ,
ਸਫਲ ਮੂਰਤ ਉਹ ਹੈ ਜਿਸ ਦੇ ਦਰਸ਼ਨ ਕੀਤਿਆਂ ਜੋ ਫਲ ਚਾਹੀਦਾ ਸੀ ਉਹ ਮਿਲ ਪਵੇ। ਵੀ ਜਿਸ ਕੰਮ ਵਾਸਤੇ ਆਏ ਸਾਂ ਉਹ ਕੰਮ ਹੋ ਗਿਆ ਤੇ ਦਰਸ਼ਨ ਸਫਲ ਹੋ ਗਏ। ਗੁਰੂ ਕੋਲ ਆਉਂਦੇ ਹਾਂ ਕੇਵਲ ਮੁਕਤੀ ਵਾਸਤੇ। ਪਦਾਰਥ ਤੇ ਇੱਕ ਛਾਇਆ ਵਾਂਗੂ ਨੇ। ਮੁਕਤੀ ਕਦੀ ਮਿਲ ਜਾਏ ਨਾ ਤੇ ਜਿਵੇਂ ਪਰਛਾਵਾਂ ਤੁਹਾਡੇ ਪਿੱਛੇ ਪਿੱਛੇ ਚੱਲਦਾ, ਪਦਾਰਥ ਸਾਰੇ ਹੀ ਤੁਹਾਡੇ ਪਿੱਛੇ ਚੱਲਣਗੇ। ਪਰ ਜਿਹੜੀ ਮੁਕਤੀ ਹੈ, ਮੋਖ ਹੈ, ਇਹ ਸਭ ਤੋਂ ਪਹਿਲੇ ਜ਼ਰੂਰੀ ਹੈ। ਕਹਿੰਦੇ ਨੇ ਬਾਕੀ ਤੇ ਸਭ ਕੁਝ ਮੰਗ ਲੈਣਾ, ਪਰ ਇਹ ਕਿਉਂ ਭੁੱਲ ਜਾਣਾ? ਨਾਮ ਦੀ ਦਾਤ ਮੰਗ ਲੈ। ਨਾਮ ਤੇ ਮੋਖ ਦੋ ਵੱਖ ਵੱਖ ਨੇ। ਨਾਮ ਦੀ ਦਾਤ ਤੈਨੂੰ ਮਿਲ ਜਾਏ, ਨਿਹਾਲ ਹੋ ਜਾਏ। ਕਹਿੰਦੇ ਨੇ ਜਿਸ ਤੇ ਕਿਰਪਾ ਕਰੇ, ਜਿਸ ਤੇ ਬਖਸ਼ਿਸ਼ ਕਰੇ, ਗੁਰੂ ਦੇ ਸਫਲ ਦਰਸ਼ਨ ਗੁਰਦੇਵ ਦੇ ਦਿਓ। ਕਹਿੰਦੇ ਨੇ ਪ੍ਰਕਾਸ਼ ਰੂਪ ਉਹ ਸਤਿਗੁਰੂ, ਸਤਿਗੁਰ ਸਫਲ ਮੂਰਤ ਗੁਰਦੇਵ ਸੁਆਮੀ। ਸੁਆਮੀ ਮਾਲਕ ਸਰਬ ਕਲਾ ਭਰਪੂਰ ਹੈ। ਸਾਰੀਆਂ ਸ਼ਕਤੀਆਂ ਨਾਲ, ਕਲਾ ਨਾਲ ਜੋ ਭਰਪੂਰ ਹੈ। ਇੱਥੇ ਗਿਣਤੀ ਦੀਆਂ ਨਹੀਂ। ਕਿਸੇ ਕਿਹਾ ਸੀ 14 ਕਲਾ ਅਵਤਾਰ, 16 ਕਲਾ ਅਵਤਾਰ, ਪਰ ਮੇਰਾ ਗੁਰੂ ਤੇ ਸਰਬ ਕਲਾ ਸਮਰੱਥ ਹੈ। ਉਸ ਵਿੱਚ ਸਾਰੀਆਂ ਹੀ ਬਰਕਤਾਂ ਹਨ। ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ। ਸਭ ਕਹਿੰਦੇ ਨੇ ਗੁਰੂ ਵਾਸਤੇ, ਤੇ ਮੈਂ ਹੀ ਕਹਿ ਦਿਆਂ ਕਿ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਹੈ। ਇੱਕ ਬਚਨ ਹੈ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ 'ਚ ਫਰਕ ਨਹੀਂ, ਤੇ ਪਾਰ ਬ੍ਰਹਮ ਪਰਮੇਸ਼ਰ ਹੈ। ਸਦਾ ਸਦਾ ਹਜੂਰੇ। ਸਦਾ ਹੀ ਹਾਜ਼ਰ ਨਾਜ਼ਰ ਹੈ, ਕਿਤੇ ਦੂਰ ਨਹੀਂ। ਹਰ ਵੇਲੇ ਸੰਗਤ ਦੇ ਵਿੱਚ ਹੀ ਵਸਦੇ ਨੇ। ਕਿਹਾ ਸੀ ਬਾਬਾ ਮੜੀ ਨਾ ਗੌਰ, ਗੋਰੇ ਅੰਗਦ ਕੇ ਹੀਏ ਮੈਂ। ਕਿਹਾ ਇੱਥੇ ਤੱਕ ਹੀ ਬਸ ਨਹੀਂ, ਪੁਨ ਸਤ ਸੰਗਤ ਔਰ ਨਿਸ ਦਿਨ ਬਸਬੋ ਮੈਂ ਕਰੂੰ। ਉਹ ਹਾਜ਼ਰ ਹਜ਼ੂਰ ਹੈ। ਹਾਂ, ਸੁਣ ਸੁਣ ਜੀਵਾ ਸੋਏ ਤਿਨਾ ਕੀ, ਜਿਨ ਆਪਣਾ ਪ੍ਰਭ ਜਾਤਾ। ਮਾੜੀ ਸੋ ਤੇ ਭੁੱਲ ਕੇ ਨਾ ਸੁਣੋ। ਜੋ ਅਸੀਂ ਕੰਨਾਂ ਨਾਲ ਸੁਣ ਲਿਆ ਨਾ, ਜੋ ਕੰਨਾਂ ਤੇ ਉਹ ਅੰਦਰ ਚਲਾ ਗਿਆ, ਜ਼ੁਬਾਨ ਨਾਲ ਹੀ ਬਾਹਰ ਜਾਏਗਾ। ਇਹ ਪੱਕਾ ਜੇ। ਵੇਖੋ ਬੜੀਆਂ ਕਸਮਾਂ ਪਾਉਂਦੇ ਆ, ਕਹਿੰਦੇ ਆ ਗੱਲ ਅੱਗੇ ਨਾ ਕਰੀ, ਪਰ ਉਹਨੂੰ ਪਤਾ ਨਹੀਂ ਮੇਰੇ ਕੋਲ ਨਹੀਂ ਰਹੀ ਤੇ ਦੂਸਰੇ ਕੋਲ ਕਿਵੇਂ ਰਹੇਗੀ। ਬਿਲਕੁਲ ਭਰੋਸਾ ਨਾ ਕਰਿਓ ਕਿ ਤੁਸੀਂ ਗੱਲ ਕੀਤੀ ਹੈ ਤੇ ਅੱਗੇ ਨਹੀਂ ਜਾਏਗੀ। ਇਹ ਕੀਤੀ ਅਨੇਕਾਂ ਕੋਲ ਇਹ ਗਈ। ਹੁਣ ਸੋ ਜੇ ਮਾੜੀ ਸੁਣ ਲਈ ਤੇ ਬੰਦਾ ਮਾੜਾ ਹੋ ਜਾਏਗਾ। ਸੋ ਚੰਗੀ ਸੁਣ ਲਈ। ਬੈਠ ਕੇ ਜਿਨ੍ਹਾਂ ਨੇ ਇੱਥੇ ਕਥਾ ਸੁਣੀਆਂ, ਭਾਈ ਮੰਝ ਦੀਆਂ ਕਥਾ ਸੁਣੀਆਂ, ਭਾਈ ਬਹਿਲੋ ਦੀਆਂ ਕਥਾ ਸੁਣੀਆਂ, ਬਾਬਾ ਬੁੱਢਾ ਸਾਹਿਬ ਦੀਆਂ, ਜਿਨ੍ਹਾਂ ਨੇ ਪ੍ਰਭੂ ਜਾਣ ਲਿਆ, ਉਹਨਾਂ ਦੀ ਸੋਚ ਸੁਣ ਸੁਣ ਕੇ, ਜਿਉਂ-ਜਿਉਂ ਉਹਨਾਂ ਦੀ ਸ਼ੋਭਾ ਸੁਣੀ, ਜਿਉਂ-ਜਿਉਂ ਉਹਨਾਂ ਦੀ ਸ਼ੋਭਾ ਮੈਂ ਸੁਣੀ, ਉਹਨਾਂ ਦੀ ਸੁਣ ਸੁਣ ਜੀਵਾਂ ਜੀਵਨ ਮਿਲਿਆ। ਸੁਣ ਸੁਣ ਜੀਵਾਂ ਸੋਏ ਤੇ ਨਾ ਕਿ ਜਿਹਨੇ ਆਪਣਾ ਪ੍ਰਭ ਜਾਤਾ। ਜਿਨ੍ਹਾਂ ਨੇ ਆਪਣਾ ਪ੍ਰਭੂ ਜਾਣਿਆ ਹੈ, ਜਾਤਾ ਹੈ, ਸੰਜਾਤਾ ਹੈ, ਉਸ ਦਾ ਮੇਲ ਹੋ ਗਿਆ, ਉਸ ਨਾਲ ਇੱਕ ਮਿਕ ਹੋ ਗਿਆ, ਉਸ ਵਿੱਚ ਅਭੇਦ ਹੋ ਗਿਆ। ਹਰ ਨਾਮ ਆਰਾਧ ਹੈ, ਨਾਮ ਵਖਾੜ ਹੈ। ਪਰਮਾਤਮਾ ਦੇ ਨਾਮ ਦੀ ਹੀ ਉਹ ਆਰਾਧਨਾ ਕਰਦੇ ਨੇ। ਪਰਮਾਤਮਾ ਦਾ ਨਾਮ ਹੀ ਵਖਾਣਦੇ ਨੇ, ਭਾਵ ਬੋਲਦੇ ਹਨ। ਹਰ ਨਾਮੇ ਹੀ ਮਨ ਜਾਰਾਤਾ। ਪਰਮਾਤਮਾ ਦੇ ਨਾਮ ਨਾਲ ਹੀ ਮਨ ਉਹਨਾਂ ਦਾ ਰੰਗਿਆ ਹੈ। ਨਾਮ ਦਾ ਹੀ ਰੰਗ ਚੜਿਆ ਹੋਇਆ। ਕਹਿੰਦੇ ਨਾਮ ਕਾ ਰੰਗ ਸਾਧ ਕਾ ਸੰਗ, ਭਜਨ ਕਾ ਪ੍ਰਤਾਪ, ਦੁੱਖ ਕਲੇਸ਼ ਕਾ ਨਾਸ। ਨਾਮ ਨਾਲ ਉਹਨਾਂ ਦਾ ਮਨ ਰੰਗਿਆ ਹੈ। ਸੇਵਕ ਜਨ ਕੀ ਸੇਵਾ ਮੰਗੈ। ਸੇਵਕ ਦੀ ਮੰਗ ਇੱਕ ਹੀ ਹੈ। ਸੇਵਕ ਮੰਗਦਾ ਕੀ ਹੈ? ਜੇ ਰੱਬ ਆਖੇ ਨਾ ਮੰਗ ਕੇ ਹੀ ਜਾਣਾ, ਕਹਿੰਦਾ ਆਪਣੇ ਦਾਸਾਂ ਦੀ ਸੇਵਾ ਦੇ ਦੇ। ਧੰਨ ਗੁਰੂ ਨਾਨਕ ਦੇਵ ਜੀ ਨੇ ਸਾਡਾ ਮਾਰਗ ਬਣਾ ਦਿੱਤਾ। ਕਹਿੰਦੇ ਨੇ ਆਪਣੀਆਂ ਸੰਗਤਾਂ 'ਚ ਬੈਠਾ, ਤੂੰ ਪਾਣੀ ਆਖੇ ਨਾ ਚਾਹੀਦਾ ਤੇ ਭਰ ਕੇ ਲਿਆਵਾਂ। ਜੇ ਕੋਈ ਛਕਣਾ ਹੋਵੇ ਤੇ ਆਟਾ ਪੀਣ ਜਾਵਾਂ।
ਕਹਿੰਦੇ ਨੇ ਮੇਰੇ ਤੇ ਕਿਰਪਾ ਕਰ, ਬਸ ਤੇਰੀਆਂ ਸੰਗਤਾਂ ਵਿੱਚ ਤੂੰ ਬੈਠਾ, ਪੀਏ ਤਾਂ ਪਾਣੀ ਆਣੀ ਮੀਰਾਂ, ਖਾਹੇ ਤਾਂ ਪੀਸਣ ਜਾਉ, ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਹਾ ਤੇਰਾ ਨਾਮ। ਜੇ ਤੂੰ ਹੁਕਮ ਕਰੇ ਮੈਂ ਚੱਕੀ ਪੀਣ ਜਾਵਾਂ, ਮੁੱਲ ਖਰੀਦੇ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ, ਜਿਤ ਲਾਇਆ ਤਿਤ ਲਾਗਾ। ਹਾਂਜੀ, ਪੂਰਾ ਕਰਮ ਕਮਾਵਾ। ਪਰ ਇਹ ਵੀ ਪੂਰੀ ਬਖਸ਼ਿਸ਼ ਨਾਲ, ਕਰਮ ਦਾ ਇੱਥੇ ਅਰਥ ਹੈ ਬਖਸ਼ਿਸ਼, ਪੂਰੇ ਕਰਮ ਨਾਲ ਹੀ ਇਹ ਮੈਂ ਕਾਰ ਕਰ ਸਕਦਾ ਹਾਂ। ਨਾਨਕ ਕੀ ਬੇਨੰਤੀ ਸੁਆਮੀ। ਮੇਰੀ ਬੇਨਤੀ ਹੈ, ਹੇ ਮੇਰੇ ਮਾਲਕ, ਹੇ ਮੇਰੇ ਸੁਆਮੀ। ਹਾਂਜੀ, ਤੇਰੇ ਜਨ ਦੇਖਣ ਪਾਵਾ। ਕਿਰਪਾ ਕਰ ਘਰੋਂ ਬਾਹਰ ਨਿਕਲਾਂ ਤੇ ਤੇਰੇ ਸੇਵਕਾਂ ਦੇ, ਤੇਰੇ ਭਗਤਾਂ ਦੇ, ਤੇਰੇ ਗੁਰਮੁਖਾਂ ਦੇ ਮੈਨੂੰ ਦਰਸ਼ਨ ਹੋਣ, ਮੈਂ ਵੇਖਾਂ। ਕਹਿੰਦੇ ਨੇ ਇੱਕ ਕਿਰਪਾ ਕਰਨੀ, ਜੋ ਨਾ ਭਜਨਤੇ ਨਾਰਾਇਣਾ, ਤਿਨ ਕਾ ਮੈਂ ਨਾ ਕਰੂੰ ਦਰਸ਼ਨ, ਐਸੇ ਤੇ ਮੱਥੇ ਨਾ ਲਾਏ। ਸੇਈ ਪਿਆਰੇ ਮੇਲ ਜਿੰਨਾ ਮਿਲਿਆ, ਤੇਰਾ ਨਾਮ ਚਿਤਾਵੇ, ਤੇਰੇ ਜਨਾਂ ਦੇ ਦੀਦਾਰ ਮੈਨੂੰ ਹੋ ਜਾਣ, ਉਹਨਾਂ ਨੂੰ ਵੇਖਣ ਭਾਵਾਂ। ਵੱਡ ਭਾਗੀ ਸੇ ਕਾਢੀਐ ਪਿਆਰੇ, ਸੰਤ ਸੰਗਤ ਜਿਨਾ ਵਾਸੋ। ਵੱਡੇ ਭਾਗਾਂ ਨਾਲੇ ਉਹ ਹੀ ਅਖਵਾਉਂਦੇ ਨੇ, ਕਾਂਟੀਏ ਦਾ ਅਰਥ ਹੁੰਦਾ ਅਖਵਾਉਂਦੇ ਨੇ, ਉਹ ਹੀ ਅਖਵਾਉਂਦੇ ਹਨ ਜਿਨ੍ਹਾਂ ਦਾ ਵਾਸਾ ਕਿੱਥੇ ਹੈ, ਸੰਤਾਂ ਦੀ ਸੰਗ ਵਿੱਚ ਵਾਸਾ। ਮੰਦੇ ਭਾਗਾਂ ਵਾਲਾ ਬੰਦਾ ਉਹ ਹੈ, ਉੱਠਿਆ ਘਰੋਂ ਤੇ ਜਵਾਰੀਆਂ ਕੋਲ ਜਾ ਕੇ ਬੈਠ ਜਾਏ, ਉੱਠਿਆ ਨਸ਼ੇੜੀਆਂ ਕੋਲ ਜਾ ਕੇ ਬੈਠ ਜਾਏ, ਉੱਠਿਆ ਚੋਰਾਂ ਕੋਲ ਜਾ ਕੇ ਬੈਠ ਜਾਏ। ਤੇ ਚੰਗੇ ਭਾਗਾਂ ਵਾਲਾ ਉਹ ਹੈ, ਉੱਠੇ ਤੇ ਸਤ ਸੰਗ ਵਿੱਚ ਆ ਕੇ ਬੈਠ ਜਾਏ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਉਹ ਸੰਗਤ ਵਿੱਚ ਆ ਕੇ ਬੈਠਦੇ ਨੇ, ਸੰਗਤ ਵਿੱਚ ਉਹਨਾਂ ਦਾ ਵਾਸਾ, ਸੰਗਤ ਵਿੱਚ ਸੁਰਤ ਹੈ। ਗੁਰਸਿੱਖ ਉੱਠਦਾ ਧਰਮਸਾਲ ਕੀ ਸੁਰਤ ਕਰਨ ਦਾ, ਧਰਮਸਾਲ ਵਿੱਚ ਧਿਆਨ ਹੈ ਕਿ ਮੈਂ ਉੱਥੇ ਜਾਣਾ। ਜਿਨ੍ਹਾਂ ਦਾ ਵਾਸਾ ਇੱਥੇ ਸੰਗਤ ਵਿੱਚ ਹੈ, ਉਹ ਵੱਡੇ ਭਾਗਾਂ ਵਾਲੇ ਹਨ। ਅੰਮ੍ਰਿਤ ਨਾਮ ਆਰਾਧੀਐ ਨਿਰਮਲ, ਮਨੈ ਹੋਵੈ ਪਰਗਾਸੋ। ਪਵਿੱਤਰ ਇੱਥੇ ਕੋਈ ਹੈ ਤੇ ਪ੍ਰਮਾਤਮਾ ਦਾ ਨਾਮ ਹੈ, ਨਾਮ ਹੈ ਆਰਾਧੀ ਹੈ। ਤੇ ਨਾਮ ਦਾ ਫਿਰ ਜ਼ੁਬਾਨ ਤੱਕ ਇਹ ਨਹੀਂ, ਨਾਮ ਦਾ ਮਨ ਵਿੱਚ ਫਿਰ ਪ੍ਰਕਾਸ਼ ਹੁੰਦਾ ਹੈ। ਇਹ 2-3 ਸ਼ਬਦ ਧਿਆਨ 'ਚ ਲੈ ਲੈਣੇ। ਤੁਸੀਂ ਵੇਖਦੇ ਹੋ ਬੀਜ ਜ਼ਮੀਨ ਵਿੱਚ ਪਾਉਂਦੇ ਹੋ, ਜ਼ਮੀਨ 'ਚ ਬੀਜ ਚਲਾ ਗਿਆ ਤੇ ਵਸ ਗਿਆ, ਉੱਥੇ ਹੀ ਨਹੀਂ ਵਸਿਆ ਰਿਹਾ, ਫਿਰ ਬੂਟਾ ਬਣ ਕੇ ਬਾਹਰ ਆਇਆ। ਕਹਿੰਦੇ ਨੇ ਪਹਿਲੇ ਨਾਮ ਦਾ ਜਾਪ, ਫਿਰ ਨਾਮ ਦਾ ਨਿਵਾਸ। ਜਪਿਆ ਵਾਹਿਗੁਰੂ 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 ਵਾਹਿ, ਜ਼ੁਬਾਨ ਤੱਕ ਹੀ ਨਹੀਂ ਗਿਆ, ਹਿਰਦੇ ਤੱਕ। ਇਹ ਨਾਮ ਦਾ ਪਹਿਲੇ ਜਾਪ, ਫਿਰ ਨਾਮ ਦਾ ਨਿਵਾਸ, ਤੇ ਤੀਸਰਾ ਫਿਰ ਕੀ ਹੈ, ਉੱਥੇ ਹੀ ਨਹੀਂ ਨਾਮ ਦਾ ਪ੍ਰਕਾਸ਼। ਜਦੋਂ ਨਾਮ ਦਾ ਪ੍ਰਕਾਸ਼ ਬਣ ਕੇ ਆਉਂਦਾ, ਫਿਰ ਸੇਵਾ ਬਣ ਕੇ ਆਉਂਦਾ, ਫਿਰ ਬਾਹਰ ਪਰਉਪਕਾਰ ਬਣ ਕੇ ਆਉਂਦਾ, ਫਿਰ ਦੂਸਰਿਆਂ ਨੂੰ ਵੀ ਜਪਾਉਂਦਾ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੇ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਕਹਿੰਦੇ ਨੇ ਉਹਦੇ ਫਿਰ ਹਿਰਦੇ ਵਿੱਚ ਟਿਕਿਆ ਹੋਇਆ ਨਾਮ, ਮਨ ਵਿੱਚ ਪ੍ਰਕਾਸ਼ ਹੁੰਦਾ ਔਰ ਬਾਹਰ ਵੀ ਰੌਸ਼ਨੀ ਆਉਂਦੀ ਹੈ। ਜਨਮ ਮਰਨ ਦੁੱਖ ਕਾਟੀਐ ਪਿਆਰੇ। ਇਹ ਪਿਆਰੇ, ਦੁੱਖ ਨੇ ਦੋਏ ਜਨਮ ਮਰਨ ਦੇ ਕੱਟੇ ਜਾਂਦੇ ਨੇ। ਜਾਪ ਸਾਹਿਬ ਦੇ ਅਖੀਰ ਤੇ ਆਪ ਪੜ੍ਹਦੇ ਹੋ, ਦੋ ਕਾਲੰ ਪਰਨਾਸੇ। ਕਾਲ ਕੀ ਹੁੰਦਾ ਹੈ? ਇਹ ਸੰਕਟ ਕਾਲ, ਜਨਮ ਇੱਕ ਮਰਨ। ਦੋ ਕਾਲੰ ਪ੍ਰਨਾਸੀ, ਇਹਦਾ ਨਾਸ ਕਰਨ ਵਾਲਾ। ਦੋ ਕਾਲੰ ਪ੍ਰਨਾਸੀ ਦਇਆਲੰ ਸਰੂਪੇ, ਉਹ ਦਇਆ ਦਾ ਘਰ ਹੈ। ਉਹਦਾ ਸਰੂਪ ਕੀ ਹੈ? ਦਇਆ। ਸਦਾ ਅੰਗ ਸੰਗੇ ਅਭੰਗੰ ਬਭੂਤੇ ਦੇ ਨੇ ਉਹ ਪਿਆਰਾ, ਉਸ ਦੀ ਕਿਰਪਾ ਹੋਵੇ, ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਚੂਕੈ ਜਮ ਕੀ ਕਾਣੇ। ਜਮ ਦੀ ਕਾਣ ਦਾ ਅਰਥ ਹੁੰਦਾ ਮੁਥਾਜੇ। ਜਮ ਦੀ ਮੁਥਾਜੀ ਮੁੱਕ ਜਾਂਦੀ ਹੈ, ਕਿਹਾ ਨਾ।
ਜਗ ਮਰਨ ਨਾ ਪਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਮੈਨੂੰ ਜਮ ਨਾ ਫੜ ਕੇ ਲੈ ਜਾਏ, ਜੋ ਜਮ ਆਏ ਕਿਸ ਗਏ ਪਟਕੈ, ਤਾਂ ਦਿਨ ਕਛ ਨਾ ਬਸਾਹੇਗਾ। ਸਿਮਰਨ ਭਜਨ ਦਇਆ ਨੇ ਕੀਨੇ, ਤੋ ਮੁਖ ਚੋਟਾਂ ਖਾਹੇਗਾ। ਜਮ ਅਫਰਿਓ ਜਮ ਮਾਰਿਆ ਨਾ ਜਾਏ, ਗੁਰ ਕੈ ਸ਼ਬਦੇ ਨੇੜ ਨਾ ਆਏ। ਸ਼ਬਦ ਸੁਣੈ ਤਾਂ ਦੂਰੋਂ ਭਾਗਾ, ਸ਼ਬਦ ਸੁਣ ਕੇ ਦੂਰੋਂ ਹੀ ਭੱਜਦਾ। ਮਤ ਮਾਰੇ ਹਰ ਜਿਉ ਵੇ ਪ੍ਰਵਾਹ ਹੈ। ਕਹਿੰਦੇ ਨੇ ਜਮ ਦਾ ਡਰ ਹੈ, ਪਰ ਇੱਥੇ ਜਮ ਦੀ ਕਾਣ ਮੁਥਾਜੀ ਮੁੱਕ ਜਾਂਦੀ ਹੈ। ਤਿਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਭਾਣੇ। ਭਾਈ ਵੇਖਦੇ ਤੇ ਸਾਰੇ ਨੇ, ਪਰ ਦਰਸ਼ਨ ਕਿਹਨਾਂ ਨੂੰ ਹੁੰਦੇ ਨੇ? ਵੇਖਦੇ ਤੇ ਸਾਰੇ ਹੀ ਨੇ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿਠੇ ਮੁਕਤ ਨਾ ਹੋਵੇ, ਜੇ ਚਰ ਸ਼ਬਦ ਨਾ ਕਰੇ ਵਿਸ਼ਾ। ਗੁਰੂ ਦਾ ਸ਼ਬਦ ਸੁਣਿਆ, ਜੋ ਗੁਰੂ ਨੇ ਕਿਹਾ ਉਹ ਅਨੁਭਵ ਹੋ ਗਿਆ, ਉਸ ਨੂੰ ਜੀ ਲਿਆ। ਇੰਜ ਕਹਾ ਬਾਣੀ ਸੁਣੀ, ਸੁਣ ਕੇ ਬਾਣੀ ਨੂੰ ਜੀਵਿਆ। ਬਾਣੀ ਉਹ ਹੋ ਗਿਆ, ਬਾਣੀ ਰੋਮ ਰੋਮ ਵਿੱਚੋਂ ਉਹਨਾਂ ਦੇ ਹੁਣ ਬਾਹਰ ਆ ਰਹੀ ਹੈ। ਜਿਨ੍ਹਾਂ ਦਾ ਇਹ ਜੀਵਨ ਬਣ ਗਿਆ, ਪ੍ਰਭੂ ਨੂੰ ਅਭਾਗ ਹੈ। ਤਿਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਭਾਣੇ, ਆਪਣੇ ਪ੍ਰਭੂ ਨੂੰ ਭਾਗ ਹੈ, ਪਿਆਰੇ ਲੱਗਾ, ਉਹਨਾਂ ਨੂੰ ਦੀਦਾਰ ਹੋਏ ਹਨ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਬੰਦੇ ਵਿੱਚ ਗੁਣ ਘੱਟ ਨੇ, ਅਵਗੁਣ ਬਹੁਤ ਜ਼ਿਆਦਾ ਨੇ, ਪਰ ਤੁਸੀਂ ਉੱਚਿਆਂ ਤੋਂ ਉੱਚੇ ਹੋ। ਅਪਾਰ ਦਾ ਅਰਥ ਹੈ ਜਿਸ ਦਾ ਪਾਰਾਵਾਰ ਹੀ ਕੋਈ ਨਹੀਂ। ਸਮੁੰਦਰਾਂ ਦੇ ਵੀ ਕਿਨਾਰੇ ਆ ਜਾਂਦੇ ਨੇ, ਰੱਬ ਦਾ ਨਹੀਂ ਆਉਂਦਾ। ਉੱਚਿਆਂ ਤੋਂ ਉੱਚੇ ਬੇਅੰਤ ਹੋ, ਹੇ ਮਾਲਕ, ਤੇਰੇ ਸਾਰੇ ਗੁਣਾਂ ਨੂੰ ਕੌਣ ਜਾਣ ਸਕਦਾ ਹੈ? ਤੇਰੇ ਵਿੱਚ ਗੁਣ ਕਿੰਨੇ ਕੁ ਹਨ? ਗਾਵਤੇ ਉਦਰੇ, ਸੁਣਤੇ ਉਦਰੇ। ਗਾਵਤੇ ਜਿਹੜੇ ਗਾਉਂਦੇ ਨੇ ਤੇਰੇ ਗੁਣਾਂ ਨੂੰ, ਉਹਨਾਂ ਦਾ ਉਧਾਰ ਹੋ ਗਿਆ। ਪਰ ਜਿਹੜੇ ਕੋਲ ਬੈਠ ਕੇ ਸੁਣਦੇ ਸਨ, ਸੁਣਨ ਵਾਲਿਆਂ ਦਾ ਵੀ ਉਧਾਰ ਹੋ ਗਿਆ। ਬਿਨ ਸਹਿ ਪਾਪ ਕਨੇਰੇ। ਗਾਉਣ ਵਾਲਿਆਂ ਦੇ ਵੀ ਪਾਪਾਂ ਦਾ ਨਾਸ ਹੋ ਗਿਆ, ਸੁਣਨ ਵਾਲਿਆਂ ਦੇ ਪਾਪਾਂ ਦਾ ਵੀ ਨਾਸ ਹੋ ਗਿਆ। ਪਸ਼ੂ ਪਰੇਤ ਮੁਗਧ ਕਉ ਤਾਰੇ। ਕਈ ਬੰਦੇ ਐਸੇ ਨੇ ਕਹਿੰਦੇ ਬੰਦਾ ਨਹੀਂ ਹੈ ਤੇ ਪਸ਼ੂ ਹੈ। ਇਹ ਬੰਦਾ ਨਹੀਂ ਹੈ ਤੇ ਅਪਵਿੱਤਰ ਪ੍ਰੇਤ ਹੈ। ਇਹ ਤੇ ਪੱਥਰ ਵਰਗਾ, ਭਾਵ ਕਠੋਰ ਚੇਤਾ ਹੈ, ਕਦੀ ਦਰਬਦਾ ਹੀ ਨਹੀਂ, ਪੱਥਰ ਵਰਗਾ ਇਹਦਾ ਦਿਲ ਹੈ। ਐਸੇ ਬੰਦਿਆਂ ਨੂੰ ਹੀ ਤਾਰ ਦਿੰਦੇ ਹੋ। ਪਸ਼ੂ ਪਰੇਤ ਮੁਗਧ ਕਉ ਤਾਰੇ। ਕੌਣ ਤਾਰਦਾ? ਗਾਉਣਾ, ਤੇਰਾ ਕੀਰਤਨ ਤਾਰਦਾ ਹੈ। ਪਾਹਣ ਪਾਰਿਓ ਤਾਰ। ਪੱਥਰਾਂ ਵਰਗੇ ਹਿਰਦਿਆਂ ਨੂੰ, ਉਹਨਾਂ ਨੂੰ ਵੀ ਪਾਰਿਓ ਤਾਰਾ ਮਿਲ ਜਾਂਦਾ, ਉਹਨਾਂ ਦਾ ਵੀ ਨਿਸਤਾਰਾ ਕਰ ਦਿੰਦੇ ਹੋ। ਨਾਨਕ ਦਾਸ ਤੇਰੀ ਸਰਣਾਈ। ਸਾਹਿਬ ਕਹਿੰਦੇ ਨੇ ਇਹ ਦਾਸਰਾ, ਆਪਣੇ ਆਪ ਨੂੰ ਦਾਸ ਕਿਹਾ। ਉਸ ਵੇਲੇ ਦਾ ਬ੍ਰਾਹਮਣ ਲਾਉਂਦਾ ਸੀ ਸ਼ਰਮਾ, ਜਿਹੜਾ ਛਤਰੀ ਸੀ ਲਾਉਂਦਾ ਸੀ ਵਰਮਾ, ਜਿਹੜਾ ਵੈਸ਼ ਆਪਣੇ ਨਾਲ ਲਾਉਂਦਾ ਸੀ ਗੁਪਤਾ, ਤੇ ਸ਼ੂਦਰ ਲਾਉਂਦੇ ਸਨ ਦਾਸ। ਪਾਤਸ਼ਾਹ ਤੁਸੀਂ ਧਨ ਹੋ, ਆਪਣੇ ਨਾਲ ਦਾਸ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ। ਵੱਡਿਆਂ ਸਿਉ ਕੈ ਰੇਸ, ਆਪਣੇ ਆਪ ਨੂੰ ਦਾਸ ਕਹਿ ਦਿੱਤਾ। ਬਈ ਦਾਸ ਤੁਹਾਡੇ ਤੋਂ ਬਲਹਾਰ ਹੈ, ਕੁਰਬਾਨ ਹੈ। ਹਾਂਜੀ, ਸਦਾ ਸਦਾ ਬਲਿਹਾਰ। ਬਲਹਾਰ ਜਾਨਾ ਤੇ ਮੈਂ ਸਦਾ ਤੇਰੀ ਸ਼ਰਨ ਵਿੱਚ ਹਾਂ। ਮੈਨੂੰ ਕੇਵਲ ਤੇਰੀ ਟੇਕ ਹੈ, ਤੇਰੀ ਟੇਕ ਤੇਰਾ ਆਸਰਾ ਹੈ। ਛੋਟੀ ਜਿਹੀ ਇੱਕ ਕਥਾ ਉਸ ਦੇ ਨਾਲ ਸਮਾਪਤੀ। ਇੱਕ ਦਰਵੇਸ਼ ਬੈਠਾ ਸੀ ਤੇ ਗੋਦੜੀ ਵਿਚਾਰੇ ਕੋਲ ਇੱਕ ਹੀ ਸੀ, ਤੇ ਉਹ ਗੋਦੜੀ ਨੂੰ ਕਦੀ ਤਹਿ ਕਰੇ, ਕਦੀ ਖਿਲਾਰੇ। ਥਾਪਣੇ ਸੀ ਥਾਣਾ, ਇੱਕ ਸਿਪਾਹੀ ਨੂੰ ਸ਼ਰਾਰਤ ਸੁੱਝੀ, ਉਹਦੀ ਗੋਦੜੀ ਚੁੱਕ ਕੇ ਲੈ ਕੇ ਉਹ ਵੀ ਮਗਰ ਹੀ ਗਿਆ। ਕਹਿਣ ਲੱਗਾ ਜੀ ਚੋਰੀ ਹੋ ਗਈ ਮੇਰੀ, ਤੇ ਮੈਂ ਰਿਪੋਰਟ ਲਿਖਾਉਣ ਵਾਸਤੇ ਆਇਆ। ਕਹਿਣ ਲੱਗਾ ਲਿਖਾਓ ਮੁਨਸ਼ੀ ਜੀ, ਲਿਖੋ। ਕਹਿਣ ਲੱਗਾ ਇੱਕ ਮੇਰੀ ਰਜਾਈ ਚੋਰੀ ਹੋ ਗਈ, ਇੱਕ ਮੇਰੀ ਤਲਾਈ ਚੋਰੀ ਹੋ ਗਈ, ਇੱਕ ਮੇਰੀ ਚਾਦਰ ਚੋਰੀ ਹੋ ਗਈ, ਇੱਕ ਮੇਰਾ ਆਸਨ ਚੋਰੀ ਹੋ ਗਿਆ, ਇੱਕ ਮੇਰੀ ਛਤਰੀ ਚੋਰੀ ਹੋ ਗਈ। ਉਹਨੇ ਕੱਢ ਕੇ ਗੋਦੜੀ ਸੁੱਟੀ। ਕਹਿਣ ਲੱਗਾ ਸੰਤ ਇੰਨਾ ਝੂਠ ਬੋਲਣਾ ਪਿਆ, ਆ ਇੱਕ ਗੋਦੜੀ ਹੈ ਤੇਰੀ। ਕਹਿਣ ਲੱਗਾ ਜੀ ਇਹ ਮਿਲ ਗਿਆ ਤੇ ਸਭ ਕੁਝ ਹੀ ਮਿਲ ਗਿਆ, ਬਸ ਇਹੋ ਹੀ ਹੈ। ਮੈਂ ਤੁਹਾਨੂੰ ਬੇਨਤੀ ਕਰਾਂ,
ਰੱਬ ਦੇ ਪਿਆਰਿਆਂ ਵਾਸਤੇ ਉਹ ਕਹਿੰਦੇ ਨੇ ਕੀ ਹੇਠਾਂ ਕੀ ਉੱਪਰ, ਕੀ ਇੱਥੇ ਕੀ ਉੱਥੇ, ਇੱਥੇ ਉੱਥੇ ਰਖਵਾਲਾ, ਦੂਜਾ ਤੇ ਹੈ ਹੀ ਕੋਈ ਨਹੀਂ, ਬਸ ਤੂੰ ਹੀ ਹੈ ਇੱਕ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ, ਅਵਰ ਸਿਆਣਪਾਂ ਬਿਰਥੀਆਂ ਪਿਆਰੇ, ਰਾਖਣ ਕਹੋ ਤੁਮ ਏਕ। ਇਹਨੇ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਪੁੰਡਾ ਖਿਮਾ ਕਰ ਦੇਣੀਆਂ, ਬਸ ਇਹ ਲੈ ਕੇ ਅੱਜ ਜਾਣਾ ਕਿ ਟੇਕ ਇੱਕ ਦੇ, ਇੱਕ ਤੋਂ ਬਿਨਾਂ ਦੂਜੀਆਂ ਟੇਕਾਂ ਕੱਚੀਆਂ। ਇਹ ਵਿਚਾਰ ਅਸੀਂ ਕੀਤੇ ਹੈ। आओ आखिरी पंक्तियां श्रवण करो जी। पशु परेत मुगद को तारे, पाहन पार उतारे, नानक दास तेरी शरणाई, सदा सदा बलहारा। वाहिगुरु जी का खालसा, वाहिगुरु जी की फतेह।